ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਸਭ ਦਾ ਤੇ ਮੈਂ ਪ੍ਰੀਤ ਲੈ ਕੇ ਹਾਜ਼ਰ ਤੁਹਾਡੇ ਲਈ ਤੁਹਾਡਾ ਆਪਣਾ ਸ਼ੋਅ ਸਟੂਡੈਂਟਸ ਦੀ ਗੱਲ ਕੀਤੀ ਜਾਏਗੀ ਜੀ। ਅੱਜ ਦੇ ਇਸ ਸ਼ੋਅ ਦੇ ਵਿੱਚ ਗੱਲ ਕਰਾਂਗੇ ਉਹਨਾਂ ਸਟੂਡੈਂਟਸ ਦੀ, ਖਾਸ ਕਰਕੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ। ਕੀ ਨਵੀਆਂ ਅਪਡੇਟਸ ਆਈਆਂ ਨੇ ਜਾਂ ਜਿਨ੍ਹਾਂ ਦੇ ਹਜੇ ਵੀਜ਼ਾ ਜਿਹੜੇ ਸੀਗੇ ਉਹਨਾਂ ਨੇ ਅਪਲਾਈ ਕੀਤਾ ਹੋਇਆ ਸੀ, ਵਿੱਚ ਵਿਚਾਲੇ ਕਿਤੇ ਨਾ ਕਿਤੇ ਫਸੇ ਹੋਏ ਨੇ, ਉਹਨਾਂ ਨੂੰ ਲੈ ਕੇ ਕੀ ਅਪਡੇਟ ਆਈਆਂ ਨੇ, ਕਿਊਬੈਕ ਨੂੰ ਲੈ ਕੇ ਖਾਸ ਕਰਕੇ ਕੀ ਨਵੀਆਂ ਅਪਡੇਟਸ ਆਈਆਂ ਨੇ, ਸਾਰੀ ਇਨਫੋਰਮੇਸ਼ਨ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਦੇਵਾਂਗੇ। ਸਾਡੇ ਨਾਲ ਅੱਜ ਸਟੱਡੀ ਵੀਜ਼ਾ ਐਕਸਪਰਟ ਹੋਣਗੇ ਪਾਇਨੀਅਰ ਇਮੀਗ੍ਰੇਸ਼ਨ ਤੋਂ ਮਿਸਟਰ ਰਵੀ ਗਰਗ ਜੀ। ਸੋ ਜੀ, ਇੰਟਰੋਡਕਸ਼ਨ ਤੁਸੀਂ ਆਲਰੇਡੀ ਜਾਣਦੇ ਹੋ, ਹਮੇਸ਼ਾ ਹੀ ਸ਼ੋਅਜ਼ ਦੇ ਵਿੱਚ ਸਾਡੇ ਆਉਂਦੇ ਨੇ, ਬਹੁਤ ਸਾਲਾਂ ਦਾ ਐਕਸਪੀਰੀਅੰਸ ਹੈ, ICCRC ਮੈਂਬਰ ਵੀ ਨੇ, ਖੁਦ ਕੈਨੇਡਾ ਦੇ ਸਿਟੀਜ਼ਨ ਵੀ ਨੇ। ਸੋ ਹਮੇਸ਼ਾ ਹੀ ਉਹ ਸ਼ੋਅ ਦੇ ਵਿੱਚ ਆਉਂਦੇ ਨੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ, ਤੁਹਾਨੂੰ ਸਹੀ ਨੌਲੇਜ ਜਿਹੜੀ ਆ ਉਹ ਪ੍ਰੋਵਾਈਡ ਕਰਦੇ ਨੇ। ਅੱਜ ਇੱਕ ਵਾਰ ਫਿਰ ਤੋਂ ਸਾਡੇ ਨਾਲ ਆਨਲਾਈਨ ਜੁੜੇ ਹੋਏ ਨੇ, ਅਸੀਂ ਸਵਾਗਤ ਕਰ ਲੈਂਦੇ ਹਾਂ। ਵੈਲਕਮ ਹੈ ਸਰ। ਸ਼ੋਅ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਜੀ। ਜੀ ਸੋ ਮੈਂ ਆਡੀਅנס ਨੂੰ ਦੱਸ ਦਿੰਦੀ ਹਾਂ ਜੀ, ਪਾਇਨੀਅਰ ਇਮੀਗ੍ਰੇਸ਼ਨ ਦੇ ਜਿਹੜੇ ਨੰਬਰ ਨੇ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ, ਤੁਸੀਂ ਨੋਟ ਕਰਨੇ ਨੇ। ਆਫਿਸ ਕਿੱਥੇ ਕਿੱਥੇ ਨੇ ਇਹ ਵੀ ਫਲੈਸ਼ ਹੋ ਰਹੇ ਨੇ, ਇਹ ਵੀ ਤੁਸੀਂ ਨੋਟ ਕਰਕੇ ਰੱਖ ਲੈਣੇ ਨੇ। ਕੋਸ਼ਿਸ਼ ਕਰੋ ਕਿ ਆਨਲਾਈਨ ਜਿਹੜੀ ਤੁਸੀਂ ਆਪਣੀ ਪ੍ਰੋਸੈਸਿੰਗ ਕਰਵਾ ਸਕੋ, ਅਦਰਵਾਈਜ਼ ਤੁਸੀਂ ਆਫਿਸਿਸ ਦੇ ਵਿੱਚ ਵੀ ਵਿਜ਼ਿਟ ਜਿਹੜਾ ਉਹ ਕਰ ਸਕਦੇ ਹੋ। ਅੱਛਾ ਸਰ, ਮੈਂ ਸਭ ਤੋਂ ਪਹਿਲਾਂ ਤਾਂ ਕਿਊਬੈਕ ਨੂੰ ਲੈ ਕੇ ਡਿਸਕਸ ਕਰਨਾ ਚਾਹਾਂਗੀ। ਪਿਛਲੀ ਵਾਰੀ ਤੁਸੀਂ ਥੋੜ੍ਹੀ ਜਿਹੀ ਉਮੀਦ ਜਤਾਈ ਸੀਗੀ ਕਿ ਈਮੇਲਸ ਜਿਹੜੀਆਂ ਬੱਚਿਆਂ ਨੂੰ ਆ ਗਈਆਂ ਨੇ, ਹੈ ਨਾ, ਜਿਨ੍ਹਾਂ ਦੇ ਕਿਊਬੈਕ ਕੇਸਿਸ ਸੀਗੇ ਖਾਸ ਕਰਕੇ। ਸੋ ਹੁਣ ਮੈਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਦੱਸ ਦਿਓ ਕਿ ਕਿਹੜੇ ਕਿਹੜੇ ਡਾਕੂਮੈਂਟ ਜਮ੍ਹਾਂ ਕਰਾਉਣੇ ਹੋਣਗੇ ਤੇ ਕਿੰਨਾ ਕੁ ਟਾਈਮ ਹੈਗਾ ਖਾਸ ਕਰਕੇ ਸਟੂਡੈਂਟਸ ਦੇ ਕੋਲ ਇਹ ਡਾਕੂਮੈਂਟ ਜਮ੍ਹਾਂ ਕਰਵਾਉਣ ਦੇ ਲਈ। ਦੇਖੋ ਪ੍ਰੀਤ ਜੀ, ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਸੀ ਕਿ ਜਿੰਨੇ ਵੀ ਕਿਊਬੈਕ ਦੇ ਸਟੂਡੈਂਟ ਸੀਗੇ ਜਿਨ੍ਹਾਂ ਦਾ ਪੈਂਡਿੰਗ ਸੀਗੇ ਰਿਜ਼ਲਟਸ, ਉਹਨਾਂ ਨੂੰ ਈਮੇਲਸ ਆਈਆਂ ਸੀਗੀਆਂ। 3 ਰਿਕੁਆਇਰਮੈਂਟ ਸੀਗੀਆਂ। ਨੰਬਰ 1, ਅਪਡੇਟਡ ਸਟੱਡੀ ਪਲਾਨ, ਕਿ ਉਹ ਕਿਹੜਾ ਸਮੈਸਟਰ ਅਗਰ ਆਨਲਾਈਨ ਸਟੱਡੀ ਕਰਦੇ ਪਏ ਨੇ, ਨਹੀਂ AIP ਆਈ ਹੈ ਕਿ ਨਹੀਂ, ਔਰ ਕਿਹੜਾ ਅਗਰ ਇਹ ਆਨਲਾਈਨ ਸਟੱਡੀ ਕਰਦੇ ਪਏ ਨੇ ਕਿਹੜਾ ਇਨਟੇਕ ਜਿਹੜਾ ਕਿਹੜਾ ਸਮੈਸਟਰ ਉਹਨਾਂ ਦਾ ਚੱਲਦਾ ਪਿਆ ਹੈਗਾ, ਤੇ ਡੈਫਰਡ ਅਗਰ ਹੈਗਾ ਤੇ ਡੈਫਰਡ ਆਫਰ ਲੈਟਰ ਜਿਹੜੀ ਹੈ ਕਾਲਜ ਤੋਂ ਲੈ ਕੇ ਅੰਬੈਸੀ ਨੂੰ ਦੇ ਦੇਣੀ ਹੈ, ਅਪਡੇਟ ਕਰ ਦੇਣੀ ਹੈ। ਔਰ ਅਗਰ CAQ ਅਪਲਾਈ ਕੀਤਾ ਹੋਇਆ ਤੇ ਉਹ ਵੀ ਮੈਂਸ਼ਨ ਕਰ ਦੇਣਾ। ਡਿਟੇਲ ਜਿਹੜੀ ਹੈ SOP ਜਿਹੜੀ ਹੈ ਸਟੇਟਮੈਂਟ ਆਫ ਪਰਪਸ ਜਾਂ ਕਵਰਿੰਗ ਲੈਟਰ ਕਹਿ ਦਿੰਦੇ ਆ, ਉਹ ਜਿਹੜਾ ਉਸ ਦੇ ਵਿੱਚ ਆਪਾਂ ਸਾਰੀ ਡਿਟੇਲ ਜਿਹੜਾ ਹੈਗਾ ਅਪਡੇਟਡ ਸਟੱਡੀ ਪਲਾਨ ਜਿਹੜਾ ਲਿਖ ਕੇ ਦੇਵਾਂਗੇ। ਔਰ ਦੂਸਰਾ ਸੀਗਾ ਕਿ ਸਟੂਡੈਂਟ ਦਾ ਜਿਹੜਾ ਸਪਾਂਸਰ ਕੌਣ ਹੈਗਾ, ਜਿਹੜਾ ਕਿ ਸਟੱਡੀ ਦਾ ਖਰਚਾ ਕਰੇਗਾ, ਔਰ ਉਸ ਦਾ ਰਿਲੇਸ਼ਨ ਕੀ ਹੈਗਾ, ਉਸ ਦੇ ਇਨਕਮ ਦੇ ਪ੍ਰੂਫ ਔਰ 6 ਮਹੀਨੇ ਪੁਰਾਣੇ ਫੰਡਸ ਦੇ ਪ੍ਰੂਫ ਜਿਹੜੇ ਨੇ, ਐਵੀਡੈਂਸ ਜਿਹੜੇ ਨੇ ਜਾਂ ਡਾਕੂਮੈਂਟਸ ਜਿਹੜੇ ਨੇ, ਇਹ ਅੰਬੈਸੀ ਨੂੰ ਸਬਮਿਟ ਕਰਨੇ ਸੀਗੇ। ਔਰ ਪਿਛਲੀ ਵਾਰੀ ਇਹ ਵੀ ਗੱਲ ਕੀਤੀ ਸੀ ਆਪਾਂ ਕਿ ਕੌਣ ਕਰ ਸਕਦਾ। ਬੈਟਰ ਹੈਗਾ ਜਿਹੜੇ ਘਰ ਦੇ ਵਿੱਚ ਰਹਿੰਦੇ ਨੇ, ਜਿਹੜੇ ਪੇਰੈਂਟਸ, ਗ੍ਰੈਂਡ ਪੇਰੈਂਟਸ, ਜਿਹੜਾ ਦਾਦਾ ਦਾਦੀ, ਨਾਨਾ ਨਾਨੀ ਔਰ ਬ੍ਰਦਰ ਸਿਸਟਰ ਔਰ ਪੇਰੈਂਟਸ, ਔਰ ਆਪਣੇ ਖੁਦ ਦੇ ਨਾਂ ਤੇ ਜਿਹੜੇ ਵੀ ਫੰਡਸ ਜਾਂ ਇਨਕਮ। ਔਰ ਅਗਰ ਨਹੀਂ ਕਰ ਸਕਦੇ ਕਿਉਂਕਿ ਅਚਾਨਕ ਰਿਕੁਆਇਰਮੈਂਟ ਆਈ ਹੈਗੀ ਹੈ ਜਿਹੜੀ ਕਿ ਕੈਨੇਡਾ ਸਟੱਡੀ ਵੀਜ਼ਾ ਦੇ ਰੂਲਸ ਦੇ ਵਿੱਚ ਫਿੱਟ ਨਹੀਂ ਹੁੰਦੀ, ਦਾ ਮਤਲਬ ਅਦਰਵਾਈਜ਼ ਜਿਹੜੀ ਹੈ ਇਹ ਰਿਕੁਆਇਰਮੈਂਟ ਨਹੀਂ ਹੁੰਦੀ। ਔਰ ਕਿਊਬੈਕ ਦੇ ਸਟੂਡੈਂਟਸ ਵਾਸਤੇ ਵੀ, ਕਿਊਬੈਕ ਦੇ ਬਾਹਰ ਦੇ ਸਟੂਡੈਂਟਸ ਵਾਸਤੇ ਵੀ ਕਦੇ ਵੀ ਇਸ ਤਰ੍ਹਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਸੀਗੀ ਕਿ 6 ਮਹੀਨੇ ਪੁਰਾਣੇ ਫੰਡਸ ਜਾਂ ਫੰਡਸ ਕਿਸੇ ਵੀ ਤਰ੍ਹਾਂ ਦੇ ਜਾਂ ਇਨਕਮ ਦੀ ਸ਼ੋ ਕਰਨੀ ਹੋਵੇ। ਜਿਹੜੇ ਨੌਨ SDS ਜਨਰਲ ਕੈਟਾਗਰੀ ਵਿੱਚ ਅਪਲਾਈ ਕਰਦੇ ਸੀ ਉਹਨਾਂ ਦੇ ਡਾਕੂਮੈਂਟਸ ਜਿਹੜੇ ਇਨਕਮ ਦੇ ਅਸੀਂ ਲਾ ਦਿੰਦੇ ਸੀ, ਫੰਡਸ ਦੇ ਡਾਕੂਮੈਂਟ ਉਹਨਾਂ ਦੇ ਵੀ ਨਹੀਂ ਲੱਗਦੇ ਸੀ। ਲੇਕਿਨ ਫਿਲਹਾਲ SDS ਨੌਨ SDS ਸਾਰਿਆਂ ਨੂੰ ਜਿਹੜੀ ਰਿਕੁਆਇਰਮੈਂਟ ਆਈ ਹੈ, ਆਪਾਂ ਨੂੰ ਇਹ ਰਿਕੁਆਇਰਮੈਂਟ ਪੂਰੀ ਕਰਨੀ ਪਏਗੀ, ਡਾਕੂਮੈਂਟ ਦੇਣੇ ਪੈਣਗੇ। ਔਰ ਤੀਸਰਾ ਜਿਹੜਾ ਹੈ, ਅੱਛਾ ਬਾਈ ਦ ਵੇ, ਜਿਹੜੇ ਘਰ ਦੇ ਵਿੱਚ ਰਹਿੰਦੇ ਨੇ ਉਹ ਅਗਰ ਨਹੀਂ ਇਸ ਤਰ੍ਹਾਂ ਦੀ ਕੋਈ ਜਿਹੜੇ ਡਾਕੂਮੈਂਟ ਦੇ ਸਕਦੇ ਤੇ ਫਿਰ ਆਪਾਂ ਮਾਮਾ ਚਾਚਾ ਤਾਇਆ ਜਿਹੜੇ ਬਲੱਡ ਰਿਲੇਸ਼ਨ ਨੇ, ਭੂਆ ਫੁੱਫੜ ਮਾਸੀ ਮਾਸੜ, ਔਰ ਇਹ ਸਾਰਿਆਂ ਦੇ ਡਾਕੂਮੈਂਟਸ ਅਗਰ ਕਿਸੇ ਦੇ ਲੈ ਕੇ ਆਪਾਂ ਅਪਲਾਈ ਕਰਾਂਗੇ। ਔਰ ਇੱਕ ਚੀਜ਼ ਜਿਹੜੀ ਹੈ ਕਿ ਅਗਰ FD ਹੈ ਜਾਂ ਸੇਵਿੰਗ ਅਕਾਊਂਟ ਨੇ, ਬੈਂਕ ਤੋਂ ਇੱਕ ਲੈਟਰ ਕਿ ਇਸ ਸੇਵਿੰਗ ਅਕਾਊਂਟ ਨੰਬਰ ਅਕਾਊਂਟ ਦੇ ਵਿੱਚ ਇੰਨੇ ਪੈਸੇ ਪਏ ਹੋਏ ਨੇ, ਜਾਂ FD ਦੇ ਅਕਾਊਂਟ ਨੰਬਰ ਇੰਨੇ ਦੇ ਵਿੱਚ ਅੱਜ ਦੀ ਕਰੰਟ ਵੈਲਿਊ ਇੰਨੀ ਹੈਗੀ ਹੈ, ਪੈਸੇ ਇੰਨੇ। ਔਰ FD ਦੀ ਜਿਹੜੀ ਹੈ ਸਰਟੀਫਾਈਡ ਕਾਪੀ ਬੈਂਕ ਤੋਂ, ਔਰ ਅਗਰ ਸੇਵਿੰਗ ਅਕਾਊਂਟ ਹੈ ਤੇ 6 ਮਹੀਨੇ ਪੁਰਾਣੀ ਬੈਂਕ ਦੀ ਸਟੇਟਮੈਂਟ। ਹੋਰ ਵੀ ਕਿਸੇ ਤਰ੍ਹਾਂ ਦੇ ਕੋਈ ਸੇਵਿੰਗ ਕਿਸੇ ਵੀ ਤਰ੍ਹਾਂ ਦੀ ਹੈਗੀਆਂ ਨੇ ਜਿਹੜੀਆਂ ਕਿ ਵਿਡਰਾਏਬਲ ਹੈਗੀਆਂ ਨੇ, ਜਿਹੜੀਆਂ ਕਿ ਆਪਾਂ ਉਹ ਕੈਸ਼ ਕਰਵਾ ਕੇ ਆਪਾਂ ਉਸਨੂੰ ਕੈਸ਼ ਕਰਵਾ ਕੇ ਆਪਾਂ ਸਟੱਡੀ ਵੀਜ਼ਾ ਦੇ ਖਰਚੇ ਦੇ ਵਾਸਤੇ ਇਸਤੇਮਾਲ ਕਰ ਸਕਦੇ ਹਾਂ, ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਹੈ ਸੇਵਿੰਗਸ ਹੈਗੀਆਂ ਨੇ ਉਹਨਾਂ ਨੂੰ ਆਪਾਂ ਦਿਖਾ ਸਕਦੇ ਹਾਂ। ਔਰ ਤੀਸਰਾ ਜਿਹੜਾ ਸੀਗਾ ਅਪਡੇਟਡ
ਰਿਪਰੈਜ਼ੈਂਟੇਟਿਵ ਫਾਰਮ ਕਿ ਤੁਹਾਡਾ ਰਿਪਰੈਜ਼ੈਂਟੇਟਿਵ ਕੌਣ ਹੈ, ਏਜੰਟ ਕੌਣ ਹੈ, ਉਸ ਦਾ ਜਿਹੜਾ ਰਿਪਰੈਜ਼ੈਂਟੇਟਿਵ ਫਾਰਮ ਜਿਹੜਾ ਕੈਨੇਡਾ ਐਮਬੈਸੀ ਵੱਲੋਂ ਜਿਹੜਾ ਹੈਗਾ IMM 5476, ਉਸ ਦੇ ਵਿੱਚ ਉਸ ਦੀ ਸਾਰੀ ਡਿਟੇਲ ਵਗੈਰਾ ਭਰ ਕੇ ਔਰ ਸਟੂਡੈਂਟ ਦੇ ਸਿਗਨੇਚਰ ਹੋ ਕੇ ਕਿ ਉਸ ਨੂੰ ਆਥੋਰਾਈਜ਼ ਕੀਤਾ ਹੈਗਾ, ਇਹ ਵਾਲਾ ਫਾਰਮ ਜਿਹੜਾ ਹੈ ਐਮਬੈਸੀ ਨੂੰ ਭੇਜਣਾ। ਸੋ 3 ਰਿਕੁਆਇਰਮੈਂਟਸ ਨੇ ਔਰ 30 ਦਿਨ ਦਾ ਟਾਈਮ ਮਿਲਿਆ ਸੀ ਪ੍ਰੀਤ ਜੀ ਉਹਨਾਂ ਨੂੰ, ਸਟੂਡੈਂਟਸ ਨੂੰ, ਔਰ ਜ਼ਿਆਦਾਤਰ ਸਟੂਡੈਂਟ ਨੂੰ ਹਫਤਾ 10 ਦਿਨ ਬੀਤ ਗਿਆ ਆਲਰੇਡੀ, ਤੇ ਛੇਤੀ ਦੇ ਦੇਣਾ ਚਾਹੀਦਾ ਹੈਗਾ। ਹਰ ਕੰਸਲਟੈਂਟ ਕੋਲੇ ਕਾਫੀ ਜ਼ਿਆਦਾ ਸਟੂਡੈਂਟਸ ਦੀ ਇਸ ਤਰ੍ਹਾਂ ਦੀ ਈਮੇਲਸ ਔਰ ਰਿਕੁਆਇਰਮੈਂਟਸ ਆਈਆਂ ਨੇ ਔਰ ਉਹਨਾਂ ਨੇ ਸਾਰਿਆਂ ਦੀ ਇਸ ਤਰ੍ਹਾਂ ਦੀ ਜਿਹੜੀ ਰਿਕੁਆਇਰਮੈਂਟਸ ਨੂੰ ਪੂਰੀ ਕਰਕੇ SOP ਵੀ ਜਿਹੜੀ ਹੈ ਉਸ ਦੇ ਵਿੱਚ ਸਾਰੀ ਗੱਲਬਾਤ ਕਰਕੇ ਔਰ ਬਾਕੀ ਡਾਕੂਮੈਂਟ ਤਿਆਰ ਕਰਕੇ ਭੇਜਣੇ ਨੇ। ਟਾਈਮ ਚਾਹੀਦਾ ਹੈਗਾ ਹਰ ਕੰਸਲਟੈਂਟ ਨੂੰ, ਤੇ ਸਾਰੇ ਸਟੂਡੈਂਟਸ ਨੂੰ ਮੇਰੀ ਸਪੈਸ਼ਲ ਐਡਵਾਈਸ ਕਿ ਛੇਤੀ ਤੋਂ ਛੇਤੀ ਆਪਣੇ ਸਾਰੇ ਡਾਕੂਮੈਂਟਸ ਆਪਣੇ ਕੰਸਲਟੈਂਟ ਨੂੰ, ਜਿਹੜੇ ਸਾਡੇ ਸਟੂਡੈਂਟਸ ਨੇ, ਸਾਨੂੰ ਦੇ ਦੇਣ ਤਾਂ ਕਿ ਆਪਾਂ ਐਮਬੈਸੀ ਨੂੰ ਛੇਤੀ ਤੋਂ ਛੇਤੀ ਭੇਜ ਕੇ ਉਸ ਦਾ ਜਿਹੜਾ ਹੈਗਾ ਫਾਇਦਾ ਚੱਕ ਸਕੀਏ। ਔਰ ਉਮੀਦ ਹੈ ਕਿ ਛੇਤੀ ਰਿਜ਼ਲਟ ਉਹਨਾਂ ਸਟੂਡੈਂਟਸ ਦੇ ਆ ਜਾਂਦੇ ਜੀ। ਬਿਲਕੁਲ ਜੀ ਬਿਲकुल, ਅਸੀਂ ਵੀ ਉਮੀਦ ਕਰਦੇ ਹਾਂ ਕਿ ਸਟੂਡੈਂਟ ਦੇ ਰਿਜ਼ਲਟ ਜਲਦੀ ਆ ਜਾਣ। ਰਿਕੁਆਇਰਮੈਂਟ ਜਿਹੜੀਆਂ ਸੀਗੀਆਂ ਉਹ ਸਰ ਨੇ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੱਤੀਆਂ ਨੇ। ਸਾਰੇ ਬੱਚਿਆਂ ਨੂੰ ਜਿਨ੍ਹਾਂ ਨੂੰ ਵੀ ਈਮੇਲਸ ਆਈਆਂ ਹੈਗੀਆਂ 30 ਡੇਜ਼ ਦਾ ਤੁਹਾਡੇ ਕੋਲ ਟਾਈਮ ਹੈਗਾ ਜੀ। 30 ਦਿਨ ਦੇ ਅੰਦਰ ਅੰਦਰ ਤੁਸੀਂ ਆਪਣੇ ਡਾਕੂਮੈਂਟਸ ਨੂੰ ਪੂਰਾ ਕਰਨਾ ਹੈ। ਆਪਣੇ ਫੰਡਸ ਜਿਹੜੇ ਹੈਗੇ ਨੇ 6 ਮਹੀਨੇ ਪੁਰਾਣੇ ਫੰਡਸ ਜਿਹੜੇ ਉਹ ਵੀ ਸ਼ੋ ਕਰਨੇ ਨੇ। ਸੋ ਟਾਈਮ ਮੇਰੇ ਖਿਆਲ ਦੇ ਵਿੱਚ ਬਹੁਤ ਹੀ ਘੱਟ ਬਚਿਆ। ਜਲਦ ਤੋਂ ਜਲਦ ਤੁਸੀਂ ਇਹ ਪ੍ਰੋਸੈਸਿੰਗ ਸਟਾਰਟ ਕਰ ਦਿਓ ਤੇ ਤੁਹਾਡਾ ਤਾਂ ਕਿ ਵੀਜ਼ਾ ਆ ਸਕੇ। ਅੱਛਾ ਸਰ, ਦੂਜਾ ਸਵਾਲ ਰਹੇਗਾ, VFS ਜਿਹੜੇ ਉਹ ਓਪਨ ਹੋ ਗਏ ਨੇ ਪਰ ਬਾਇਓਮੈਟ੍ਰਿਕਸ ਹਜੇ ਤੱਕ ਸਟਾਰਟ ਨਹੀਂ ਹੋਏ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਪ੍ਰੀਤ ਜੀ, ਇਹਨਾਂ ਨੇ ਬਾਇਓਮੈਟ੍ਰਿਕਸ ਦਾ ਫਾਰਮ ਵਗੈਰਾ ਰੀਸੈਂਟਲੀ ਕੁਝ ਅਪਡੇਟ ਕੀਤੇ ਨੇ ਔਰ ਅਸੀਂ ਉਸ ਨੂੰ ਲਾਂਚ ਵੀ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਇਹਨਾਂ ਦਾ ਜਿਹੜਾ ਰੋਲ ਕਰਦੇ ਪਏ ਸੀਗੇ, ਇਹਦਾ ਮਤਲਬ ਇਹ ਕਿ ਸ਼ੁਰੂ ਕਰਦੇ ਪਏ ਸੀਗੇ, ਜਿਸ ਦੇ ਵਿੱਚ ਇਹ ਵੀ ਲਿਖਿਆ ਸੀ ਕਿ ਅੱਗੇ ਜਿਹੜੀ ਆ ਰੀਸ਼ਡਿਊਲ ਹੋ ਜਾਂਦੀਆਂ ਸੀ ਅਪਾਇੰਟਮੈਂਟਸ, ਕਿ ਇੱਕ ਵਾਰੀ ਲਈ ਨਹੀਂ ਸੂਟ ਕੀਤੀ ਤੇ ਨਹੀਂ ਜਾ ਸਕਦੇ ਤੇ ਅਗਲੀ ਵਾਰੀ ਜੇ ਅਪਾਇੰਟਮੈਂਟ ਲੈ ਲਈ। ਤੇ ਉਹਨਾਂ ਨੇ ਲਿਖਿਆ ਸੀ ਕਿ ਇਸ ਵਾਰੀ ਜਿਹੜਾ ਹੈਗਾ ਹੁਣ ਵਰਕਲੋਡ ਜ਼ਿਆਦਾ ਹੈਗਾ ਤੇ ਜਿਹੜੀ ਵੀ ਅਪਾਇੰਟਮੈਂਟ ਫਿਕਸ ਕਰੋਗੇ ਚੇਂਜ ਨਹੀਂ ਹੋਏਗੀ, ਦੁਬਾਰਾ ਤੋਂ ਰੀਸ਼ਡਿਊਲ ਨਹੀਂ ਹੋਏਗੀ, ਜਿਹੜੀ ਤੁਹਾਨੂੰ ਪ੍ਰੋਪਰ ਸੂਟ ਕਰਦੀ ਹੈ ਉਹੀ ਅਪਾਇੰਟਮੈਂਟ ਬੁੱਕ ਕਰਵਾਓ। ਲੇਕਿਨ ਹਾਲੇ ਅਪਾਇੰਟਮੈਂਟਾਂ ਬੁੱਕ ਨਹੀਂ ਹੋ ਸਕੀਆਂ ਤੇ ਮੈਨੂੰ ਉਮੀਦ ਹੈ ਕਿ ਇਹ ਜਿਹੜਾ ਸੌਫਟਵੇਅਰ ਦੇ ਵਿੱਚ ਅਪਡੇਟਸ ਕਰਦੇ ਪਏ ਸੀਗੇ ਕੈਨੇਡਾ ਐਮਬੈਸੀ ਵਾਲੇ, ਤੇ ਛੇਤੀ ਹੀ ਕੁਝ ਦਿਨਾਂ ਦੇ ਵਿੱਚ ਇਹ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟਸ ਜਿਹੜੀਆਂ ਨੇ ਉਹ ਮਿਲਣੀਆਂ ਆਪਾਂ ਨੂੰ ਸ਼ੁਰੂ ਹੋ ਜਾਣਗੀਆਂ। ਔਰ ਸਾਡੀ ਟੀਮ ਪੂਰੀ ਮੁਸਤੈਦ ਹੋ ਕੇ, ਪੂਰੀ ਅਲਰਟ ਹੋ ਕੇ ਤਿਆਰ ਹੈਗੀ ਆ ਔਰ ਜਿੰਨੇ ਵੀ ਸਟੂਡੈਂਟਸ ਦੀ ਜਿਨ੍ਹਾਂ ਦੇ ਬਾਇਓਮੈਟ੍ਰਿਕਸ ਹਾਲੇ ਕਰਨੇ ਹੈਗੇ ਨੇ, ਅਸੀਂ ਉਹਨਾਂ ਦੀ ਜਿਹੜੀ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਫਟਾਫਟ ਲੈ ਕੇ ਜਿਹੜੀ ਹੈ ਸ਼ੇਅਰ ਕਰਾਂਗੇ ਜੀ। ਜੀ ਅੱਛਾ ਸਰ, ਮੈਂ ਜਾਣਨਾ ਚਾਹਾਂਗੀ ਕਿ ਹੁਣ ਇਨਟੇਕ ਬੱਚਿਆਂ ਨੂੰ ਕਿਹੜਾ ਮਿਲੇਗਾ? ਸਤੰਬਰ ਇਨਟੇਕ ਕਲੋਜ਼ ਹੋ ਚੁੱਕਿਆ ਜਾਂ ਕਿਤੇ ਨਾ ਕਿਤੇ ਪੋਸੀਬਿਲਿਟੀ ਹੈਗੀ ਆ ਬੱਚਿਆਂ ਦੇ ਲਈ, ਜਾਂ ਫਿਰ ਹੁਣ ਜਨਵਰੀ ਇਨਟੇਕ ਤੱਕ ਹੀ ਬੱਚਿਆਂ ਨੂੰ ਵੇਟ ਕਰਨਾ ਪਏਗਾ? ਜੀ ਸਤੰਬਰ ਦੇ ਕੁਝ ਦਿਨ ਹੈਗੇ ਨੇ ਹਾਲੇ, ਔਰ ਹਾਲੇ ਵੀ ਕਈ ਕਾਲਜਿਸ ਯੂਨੀਵਰਸਿਟੀਜ਼ ਹਾਲੇ ਸਤੰਬਰ ਦੀ ਐਡਮਿਸ਼ਨਸ ਦਿੰਦੇ ਪਏ ਨੇ। ਲੇਕਿਨ ਛੇਤੀ ਹੁਣ ਟਾਈਮ ਨਹੀਂ ਵੇਸਟ ਕਰਨਾ, ਜਿਨ੍ਹਾਂ ਨੇ ਸਤੰਬਰ ਦੇ ਵਾਸਤੇ ਅਪਲਾਈ ਕਰਨਾ ਛੇਤੀ ਸਾਡੇ ਸਾਰੇ ਆਫਿਸਿਸ ਹੁਣ ਸਰਕਾਰ ਦੀਆਂ ਇਨਸਟਰਕਸ਼ਨਸ ਦੇ ਨਾਲ ਖੁੱਲ ਚੁੱਕੇ ਨੇ ਔਰ ਅਸੀਂ ਹੁਣ ਬੈਟਰ ਹੈਗਾ ਟੈਲੀਫੋਨ ਤੇ ਵੀਡੀਓ ਕਾਲ ਦੇ ਜ਼ਰੀਏ ਗੱਲਬਾਤ ਕਰਕੇ ਇਨਫੋਰਮੇਸ਼ਨ ਸਾਰੀ ਲੈ ਲਓ। ਜ਼ਰੂਰੀ ਹੋਵੇ ਤਾਂ ਆਫਿਸਿਸ ਸਾਰੇ ਖੁੱਲ ਚੁੱਕੇ ਨੇ, ਜਾ ਕੇ ਮਿਲ ਕੇ ਵੀ ਗੱਲਬਾਤ ਕਰ ਸਕਦੇ ਹੋ, ਡਾਕੂਮੈਂਟਸ ਦੇ ਸਕਦੇ ਹੋ। ਲੇਕਿਨ ਛੇਤੀ ਅਪਲਾਈ ਕਰਦੀ ਹੈ ਔਰ ਜਨਵਰੀ 2022 ਦੀ ਐਡਮਿਸ਼ਨ ਵੀ ਸ਼ੁਰੂ ਹੋ ਚੁੱਕੀਆਂ ਨੇ। ਔਰ ਜਿਸ ਤਰ੍ਹਾਂ ਪਹਿਲਾਂ ਸਤੰਬਰ ਦੇ ਜਿਹੜੀ ਕੋਰਸਿਸ ਫੁੱਲ ਹੋ ਰਹੇ ਸੀਗੇ ਤੇ ਕਾਲਜਿਸ ਨੇ ਜਨਵਰੀ ਦੀ ਐਡਮਿਸ਼ਨਸ 2 ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਸੀ ਔਰ ਕੁਝ ਕਾਲਜਿਸ ਦੇ ਕੁਝ ਕੋਰਸਿਸ ਹੁਣ ਫੁੱਲ ਵੀ ਹੋ ਚੁੱਕੇ ਨੇ। ਸੋ ਜਨਵਰੀ 22 ਵਾਸਤੇ ਵੀ ਹੁਣ ਛੇਤੀ ਅਪਲਾਈ ਕਰ ਦੇਣਾ ਚਾਹੀਦਾ, ਵੈਲਕਮ। ਔਰ ਉਸੇ ਤਰ੍ਹਾਂ ਓਵਰਆਲ 6 not less than 5.5 ਬੈਂਡ ਚਾਹੀਦੇ ਨੇ। ਆਈਲੈਟਸ ਦੇ ਵਿੱਚ PTE ਔਰ TOEFL ਵੀ ਐਕਸੈਪਟਡ ਹੈਗਾ ਔਰ ਉਸ ਦੇ ਨਾਲ ਵੀ ਅਪਲਾਈ ਕਰ ਸਕਦੇ ਹਾਂ ਜੀ, ਵੈਲਕਮ। ਓਕੇ, ਅੱਛਾ ਪਰ ਸਰ ਜੇ ਅਸੀਂ ਉਹਨਾਂ ਬੱਚਿਆਂ ਦੀ ਗੱਲ ਕਰੀਏ ਜਿਨ੍ਹਾਂ ਦੇ ਹਜੇ ਰਿਜ਼ਲਟ ਪੈਂਡਿੰਗ ਨੇ ਜਾਂ ਫਿਰ ਆਇਲਸ ਜਿਹੜੇ ਹਜੇ ਤੱਕ ਨਹੀਂ ਕਰ ਪਾਏ ਕਿਉਂਕਿ ਆਇਲਸ ਇੰਸਟੀਚਿਊਟ ਜਿਹੜੇ ਉਹ ਬੰਦ ਪਏ ਸੀਗੇ, ਕਈਆਂ ਦੇ ਰਿਜ਼ਲਟ ਨਹੀਂ ਆਏ ਹਜੇ ਤੱਕ, ਉਹਨਾਂ ਨੂੰ ਤੁਸੀਂ ਕੀ ਐਡਵਾਈਸ ਦੇਣਾ ਚਾਹੋਗੇ? ਉਹ ਬੱਚੇ ਜਿਹੜੇ ਨੇ ਵੇਟ ਕਰਨੀ ਪਏਗੀ ਜਾਂ ਕੰਡੀਸ਼ਨਲ LOI ਜਿਹੜੀ ਹੈਗੀ ਆ ਉਹ ਅਪਲਾਈ ਕਰ ਸਕਦੇ ਹੈਗੇ ਨੇ? ਕਿਤੇ ਨਾ ਕਿਤੇ ਪ੍ਰੋਸੈਸ ਸ਼ੁਰੂ ਹੋ ਸਕਦਾ ਹੈ ਜਾਂ ਫਿਰ ਹਜੇ ਵੇਟ ਕਰਨ ਉਹ ਬੱਚੇ?
ਪ੍ਰੀਤ ਜੀ ਜਿਹੜੇ ਸੀਬੀਐਸਈ ਦੇ ਰਿਜ਼ਲਟਸ ਜਿਹੜੇ ਨੇ ਹਾਲੇ ਪੈਂਡਿੰਗ ਨੇ, ਔਰ ਜਿਨ੍ਹਾਂ ਦੇ ਐਗਜ਼ਾਮਸ ਕੈਂਸਲ ਹੋ ਚੁੱਕੇ ਸੀਗੇ, ਤੇ ਉਹ ਛੇਤੀ ਹੀ ਰਿਜ਼ਲਟਸ ਆਉਣ ਵਾਲੇ ਨੇ। ਲੇਕਿਨ ਜਦੋਂ ਤੱਕ ਰਿਜ਼ਲਟ ਨਹੀਂ ਆਉਂਦਾ, ਅਗਰ ਜਿਨ੍ਹਾਂ ਸਟੂਡੈਂਟਸ ਨੇ ਆਈਲੈਟਸ ਕਰ ਲਿੱਤੀ ਹੈਗੀ ਆ ਜਾਂ ਕਰਦੇ ਪਏ ਨੇ, ਤੇ ਜੇ ਉਹਨਾਂ ਕੋਲ ਆਈਲੈਟਸ ਦਾ ਰਿਜ਼ਲਟ ਹੋਏਗਾ ਤੇ ਕੁਝ ਕਾਲਜਸ ਕੰਡੀਸ਼ਨਲ ਆਫਰ ਲੈਟਰ ਦੇ ਦਿੰਦੇ ਨੇ ਕੱਲੀ ਆਈਲੈਟਸ ਦੇ ਨਾਲ, ਕਿ ਜਦੋਂ ਰਿਜ਼ਲਟ ਆਏਗਾ ਉਦੋਂ ਤੁਸੀਂ ਰਿਜ਼ਲਟ ਬਾਅਦ ਦੇ ਵਿੱਚ ਭੇਜ ਦੇਣਾ, ਉਹਨਾਂ ਦੀ ਸੀਟ ਰਿਜ਼ਰਵ ਹੋ ਜਾਏਗੀ। ਇਸੇ ਤਰੀਕੇ ਨਾਲ ਜਦੋਂ ਜਿਨ੍ਹਾਂ ਦੇ ਰਿਜ਼ਲਟਸ ਹੈਗੇ ਨੇ, ਆਈਲੈਟਸ ਦਾ ਜਿਹੜਾ ਹੈਗਾ TRF ਨਹੀਂ ਹੈਗਾ, ਆਈਲੈਟਸ ਨਹੀਂ ਹੈਗਾ ਰਿਜ਼ਲਟ, ਤੇ ਉਸ ਦੇ ਨਾਲ ਵੀ ਕਈ ਕਾਲਜਸ ਕੰਡੀਸ਼ਨਲ ਆਫਰ ਲੈਟਰ ਦੇ ਦਿੰਦੇ ਨੇ। ਤੇ ਇਸ ਤਰੀਕੇ ਨਾਲ ਇੱਕ ਚੀਜ਼ ਚਾਹੀਦੀ ਹੈ, ਚਾਹੇ ਆਈਲੈਟਸ ਔਰ ਚਾਹੇ ਰਿਜ਼ਲਟ। ਲੇਕਿਨ ਜਦੋਂ ਦੋਨਾਂ ਚੀਜ਼ਾਂ ਵੀ ਆ ਜਾਣਗੀਆਂ, ਰਿਜ਼ਲਟਸ ਵੀ ਆਉਣ ਵਾਲੇ ਨੇ, ਰਿਜ਼ਲਟ ਵੀ ਆ ਜਾਏਗਾ, ਆਈਲੈਟਸ ਵੀ ਆ ਜਾਏਗਾ, ਤੇ ਬਾਕੀ ਕਾਲਜਸ ਜਿਨ੍ਹਾਂ ਨੂੰ ਦੋਨਾਂ ਚੀਜ਼ਾਂ ਚਾਹੀਦੀਆਂ ਤੇ ਉਦੋਂ ਅਪਲਾਈ ਕਰਾਂਗੇ। ਲੇਕਿਨ ਬੜੇ ਸਾਰੇ ਕਾਲਜਸ ਯੂਨੀਵਰਸਿਟੀਜ਼ ਇਸ ਤਰ੍ਹਾਂ ਦੇ ਨੇ ਜਿਹੜਿਆਂ ਵਿੱਚ ਆਨਲਾਈਨ ਅਪਲਾਈ ਹੁੰਦਾ ਹੈ, ਤੇ ਬਿਨਾਂ ਕਿਸੇ ਡਾਕੂਮੈਂਟ ਤੇ ਅਸੀਂ ਆਨਲਾਈਨ ਦੇ ਵਿੱਚ ਫਾਰਮ ਭਰ ਕੇ ਇਨਫੋਰਮੇਸ਼ਨ ਭੇਜਣੀ ਹੁੰਦੀ ਹੈ, ਔਰ ਆਪਣੀ ਜਿਹੜੀ ਹੈ ਐਪਲੀਕੇਸ਼ਨ ਇਨ ਕਿਊ ਹੋ ਜਾਏਗੀ। ਦਾ ਮਤਲਬ ਇਹ ਕਿ ਆਪਣੀ ਐਪਲੀਕੇਸ਼ਨ ਇਨ ਪ੍ਰੋਸੈਸ ਹੋ ਜਾਏਗੀ, ਔਰ 5 7 10 15 ਦਿਨ ਦੇ ਬਾਅਦ ਵੀ ਅਸੀਂ ਡਾਕੂਮੈਂਟਸ ਭੇਜ ਸਕਦੇ ਹੈਗੇ ਆ, ਤਾਂ ਕਿ ਜੇ ਅਸੀਂ 15 ਦਿਨ ਬਾਅਦ ਅਪਲਾਈ ਕਰਾਂਗੇ, ਹੋ ਸਕਦਾ ਉਦੋਂ ਆਪਾਂ ਨੂੰ ਸੀਟ ਨਾ ਮਿਲੇ। ਸੋ ਆਪਾਂ ਨੂੰ ਪ੍ਰੈਫਰੈਂਸ ਮਿਲੇਗੀ ਜੇ ਆਪਾਂ ਅਪਲਾਈ ਪਹਿਲਾਂ ਕੀਤਾ ਹੋਏਗਾ। ਵੈਲਕਮ ਜੀ। ਅੱਛਾ ਸਰ, ਪ੍ਰੋਗਰਾਮਸ ਦੀ ਗੱਲ ਕਰਨੀ ਚਾਹਾਂਗੀ। ਬੱਚਿਆਂ ਨੂੰ ਕਿਹੜੇ ਪ੍ਰੋਗਰਾਮ ਲੈਣੇ ਚਾਹੀਦੇ? 1 2 ਜਾਂ 4 ਸਾਲ ਦਾ ਪ੍ਰੋਗਰਾਮ, ਕਿਹੜਾ ਪ੍ਰੋਗਰਾਮ? ਕਿਉਂਕਿ ਬਹੁਤ ਸਾਰੇ ਬੱਚੇ ਹੈਗੇ 1 ਸਾਲ ਦਾ ਪ੍ਰੋਗਰਾਮ ਲੈ ਕੇ ਵੀ ਚਲੇ ਜਾਂਦੇ ਨੇ। ਸੋ ਅੱਗੇ ਤੁਸੀਂ ਦੱਸੋ ਕਿ ਅੱਗੇ ਉਹਨਾਂ ਨੂੰ ਫਰਦਰ ਜਿਹੜੀ ਸਟੱਡੀ ਹੈਗੀ ਆ ਉਹਨੂੰ ਅੱਗੇ ਵਧਾਉਣਾ ਪੈਂਦਾ ਹੈ, ਜਾਂ ਫਿਰ 1 ਅੱਧੇ ਸਾਲ ਦੇ ਪ੍ਰੋਗਰਾਮ ਦੇ ਨਾਲ ਵੀ ਬੱਚੇ ਜਿਹੜੇ ਹੈਗੇ ਨੇ ਅੱਗੇ ਐਲੀਜੀਬਲ ਹੋ ਜਾਂਦੇ ਨੇ ਵਰਕ ਪਰਮਿਟ ਲਈ, ਫਿਰ PR ਲਈ, ਮਤਲਬ ਪ੍ਰੋਪਰ ਸੈਟਲ ਹੋਣ ਦੇ ਲਈ ਉੱਥੇ? ਦੇਖੋ ਪ੍ਰੀਤ ਜੀ, 2 ਸਾਲ ਦਾ ਕੋਰਸ, ਦੇਖੋ 1 ਸਾਲ ਦਾ ਲਈਏ, 2 ਸਾਲ ਦਾ, ਜਾਂ 3 ਜਾਂ 4 ਸਾਲ ਦਾ, ਕੋਈ ਵੀ ਪ੍ਰੋਗਰਾਮ ਜਿਹੜਾ ਹੈਗਾ ਲਈਏ 2 ਸਾਲ ਦਾ, 3 ਸਾਲ ਦਾ ਜਾਂ 4 ਸਾਲ ਦਾ, ਉਹਨਾਂ ਨੂੰ 3 ਸਾਲ ਦਾ ਹੀ ਵਰਕ ਪਰਮਿਟ ਮਿਲਣਾ। 1 ਸਾਲ ਦਾ ਕੋਰਸ ਲੈਣ ਤੋਂ ਬਾਅਦ 1 ਸਾਲ ਦਾ ਵਰਕ ਪਰਮਿਟ ਮਿਲਣਾ। ਸੋ 1 ਸਾਲ ਦਾ ਕੋਰਸ ਤਾਂ ਅਸੀਂ ਕਦੇ ਵੀ ਨਹੀਂ ਐਡਵਾਈਸ ਕਰਦੇ। ਹਾਲਾਂਕਿ ਪੋਸਟ ਸੈਕੰਡਰੀ ਜਿਹੜੇ ਨੇ 12ਵੀਂ ਤੋਂ ਬਾਅਦ ਵਾਲੇ 2 ਸਾਲ ਦਾ ਹੀ ਕੋਰਸ ਅਸੀਂ ਭੇਜਦੇ ਹਾਂ ਲੈ ਕੇ। 99% ਕੋਰਸਿਸ 2 ਸਾਲ ਦੇ ਹੁੰਦੇ ਨਹੀਂ, ਬੜੇ ਥੋੜੇ ਜਿਹੇ ਪ੍ਰੋਗਰਾਮ 1 ਸਾਲ ਦੇ ਹੁੰਦੇ। 2 ਸਾਲ ਦਾ ਹੀ ਚੂਜ਼ ਕਰਨਾ ਚਾਹੀਦਾ। ਲੇਕਿਨ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਟ ਪ੍ਰੋਗਰਾਮ, ਬੜੇ ਸਾਰੇ ਪ੍ਰੋਗਰਾਮ 1 ਸਾਲ ਦੇ ਮਿਲਦੇ ਨੇ। ਉਹ 1 ਸਾਲ ਦਾ ਲੈ ਲੈਣ ਜਾਂ 2 ਸਾਲ ਦਾ ਲੈ ਲੈਣ। ਅਗਰ 1 ਸਾਲ ਦਾ ਲੈਣਾ ਹੈ ਤੇ ਫਿਰ ਆਪਾਂ ਨੂੰ 1 ਸਾਲ ਦਾ ਹੋਰ ਕੋਰਸ ਦੁਬਾਰਾ ਲੈਣਾ ਪਏਗਾ, ਤਾਂ ਕਿ 1+1 ਦੇ ਵਿੱਚ ਵੀ ਰੂਲ ਦੇ ਮੁਤਾਬਕ 3 ਸਾਲ ਦਾ ਵਰਕ ਪਰਮਿਟ ਮਿਲੇਗਾ। ਧਿਆਨ ਰੱਖਣਾ ਕਿ 1 ਸਾਲ ਦਾ ਕੋਰਸ ਲੈਣ ਤੋਂ ਬਾਅਦ ਵਰਕ ਪਰਮਿਟ ਨਹੀਂ ਲੈਣਾ। ਅਗਰ ਲਵਾਂਗੇ ਤਾਂ 1 ਸਾਲ ਦਾ ਹੀ ਮਿਲੇਗਾ। PR ਬਹੁਤ ਡਿਫਿਕਲਟ ਹੋਏਗੀ। ਓਕੇ, ਸੋ ਘੱਟੋ ਘੱਟ ਬਿਲਕੁਲ ਜੀ 2 ਸਾਲ, 3 ਸਾਲ ਜਾਂ 4 ਸਾਲ ਦੇ ਵਿੱਚ ਇਹ ਹੈਗਾ ਕਿ ਜ਼ਿਆਦਾਤਰ ਸਟੂਡੈਂਟਸ 2 ਸਾਲ ਦਾ ਕੋਰਸ ਲੈਂਦੇ ਨੇ, ਕਿਉਂਕਿ 2 ਸਾਲ, 3 ਸਾਲ, 4 ਸਾਲ ਦੇ ਬਾਅਦ 3 ਸਾਲ ਦਾ ਹੀ ਵਰਕ ਪਰਮਿਟ ਮਿਲਣਾ ਹੈ। ਔਰ 2 ਸਾਲ ਦਾ ਕੋਰਸ ਲੈ ਕੇ 3 ਸਾਲ ਦਾ ਵਰਕ ਪਰਮਿਟ, ਔਰ ਅੱਜ ਕੱਲ ਤਾਂ ਬਹੁਤ ਹੀ ਸੌਖੀ PR ਛੇਤੀ ਮਿਲ ਜਾਂਦੀ ਹੈ। PR ਲੈ ਕੇ ਜੇ ਕਿਸੇ ਨੇ ਡਿਗਰੀ ਕਰਨੀ ਹੈ ਜਾਂ 3 ਸਾਲ ਵਾਲਾ ਜਿਹੜਾ ਹੈ ਐਡਵਾਂਸ ਡਿਪਲੋਮਾ ਵਗੈਰਾ ਕਰਨਾ ਹੈ, ਤੇ ਉਹ ਜਿਹੜੀ ਹੈ ਕ੍ਰੈਡਿਟ ਟ੍ਰਾਂਸਫਰ ਹੋ ਕੇ ਅੱਗੇ ਪੜ੍ਹਾਈ ਕਰ ਸਕਦੇ ਨੇ। ਜਿਸ ਤਰ੍ਹਾਂ ਡਿਗਰੀ 'ਚ ਜਾਣਾ ਹੈ ਤੇ 2 ਸਾਲ ਦਾ ਡਿਪਲੋਮਾ ਲਿੱਤਾ ਤੇ 2-2.5 ਸਾਲ ਦੇ ਵਿੱਚ ਜਿਹੜਾ ਹੈ ਅਗਲੀ ਜਿਹੜੀ ਡਿਗਰੀ ਕੰਪਲੀਟ ਹੋ ਜਾਏਗੀ, 3rd ਈਅਰ ਦੇ ਵਿੱਚ ਐਡਮਿਸ਼ਨ ਮਿਲ ਜਾਏਗੀ। ਔਰ PR ਹੋਣ ਤੋਂ ਬਾਅਦ ਜਿਹੜੀ ਪੜ੍ਹਾਈ ਕਰਾਂਗੇ ਉਸ ਦੀ ਫੀਸ 4ਥਾ ਜਾਂ 5ਵਾਂ ਹਿੱਸਾ ਲੱਗੇਗੀ। ਬਹੁਤ ਬਚਤ ਹੋਏਗੀ। ਈਵਨ ਕਿ PR ਹੋਣ ਤੋਂ ਬਾਅਦ ਜਿਹੜੀ ਹੈਲਥ ਇੰਸ਼ੋਰੈਂਸ ਦਾ ਖਰਚਾ ਜਿਹੜਾ ਹੈਗਾ, ਫੀਸ ਸਟੂਡੈਂਟ ਨੂੰ ਨਹੀਂ ਦੇਣੀ ਪੈਂਦੀ। ਜਦੋਂ ਇੰਟਰਨੈਸ਼ਨਲ ਸਟੂਡੈਂਟ ਹੈਗਾ, ਫੋਰਨ ਸਟੂਡੈਂਟ ਹੈਗਾ, ਤੇ ਜਿਹੜੀ ਹੈਲਥ ਇੰਸ਼ੋਰੈਂਸ ਜਿਹੜੀ ਹੈ ਉਹ ਪਾਕਟ ਤੋਂ ਦੇਣੀ ਪੈਂਦੀ ਹੈ ਸਟੂਡੈਂਟ ਨੂੰ। ਸੋ ਹੋਰ ਵੀ ਬੜੇ ਸਾਰੇ ਬੈਨੀਫਿਟ ਨੇ। ਬੈਟਰ ਹੈਗਾ 2 ਸਾਲ ਦਾ ਹੀ ਕੋਰਸ ਲੈ ਕੇ 3 ਸਾਲ ਦਾ ਵਰਕ ਪਰਮਿਟ ਲੈ ਕੇ PR ਲਿੱਤੀ ਜਾਵੇ। ਔਰ ਉਸ ਤੋਂ ਬਾਅਦ ਫਿਰ ਜਿਹੜੀ ਅਗਰ ਹੋਰ ਸਟੱਡੀ ਕਰਨੀ ਹੈ, ਗ੍ਰੈਜੂਏਸ਼ਨ ਕਰਨੀ ਹੈ, ਪੋਸਟ ਗ੍ਰੈਜੂਏਸ਼ਨ ਮਾਸਟਰਸ ਕਰਨੀ ਹੈ, ਤੇ PR ਲੈਣ ਤੋਂ ਬਾਅਦ ਸਟੱਡੀ ਕੀਤੀ ਜਾਏ ਜੀ। ਜੀ ਅੱਛਾ ਸਰ, PR ਦੀ ਗੱਲ ਕੀਤੀ ਹੈ ਤੁਸੀਂ। PR ਦੀ ਹੀ ਆਪਾਂ ਪਹਿਲਾਂ ਮੈਂ ਤੁਹਾਡੇ ਕੋਲੋਂ ਜਾਣਕਾਰੀ ਲੈਣਾ ਚਾਹਾਂਗੀ। ਜਿਵੇਂ ਤੁਸੀਂ ਦੱਸਿਆ, ਵਾਕਈ ਕੈਨੇਡਾ ਦੇ ਵਿੱਚ ਸਟੂਡੈਂਟਸ ਦੇ ਲਈ PR ਕਾਫੀ ਜ਼ਿਆਦਾ ਈਜ਼ੀ ਹੈ। ਗਵਰਨਮੈਂਟ ਨੇ ਕਾਫੀ ਜ਼ਿਆਦਾ ਸਹੂਲਤਾਂ ਦਿੱਤੀਆਂ ਨੇ। ਸੋ ਇੱਥੋਂ ਬੱਚੇ ਚਲੇ ਜਾਂਦੇ ਨੇ ਆਪਣੀ ਸਟੱਡੀ ਕਰਕੇ, ਪਰ ਉੱਥੇ ਜਾ ਕੇ ਫਿਰ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਅਸੀਂ PR ਦੇ ਲਈ ਕਿਹਦੀ ਹੈਲਪ ਲਈਏ। ਸੋ ਜਿਵੇਂ ਕਿ ਤੁਹਾਡਾ ਆਫਿਸ ਹੈਗਾ ਕੈਨੇਡਾ ਦੇ ਵਿੱਚ ਆਲਰੇਡੀ, ਮੈਂ ਜਾਣਨਾ ਚਾਹਾਂਗੀ ਜਿਹੜੇ ਬੱਚੇ ਗਏ ਹੋਏ ਨੇ ਜਿਨ੍ਹਾਂ ਨੂੰ ਉੱਥੇ PR ਦੀ ਜ਼ਰੂਰਤ ਹੈਗੀ ਆ, ਸੋ ਤੁਹਾਡੇ ਆਫਿਸ 'ਚ ਵਿਜ਼ਿਟ ਕਰ ਸਕਦੇ ਨੇ। ਹੈਲਪ ਜਿਹੜੀ ਹੈਗੀ ਉਹ ਕੋਈ ਕੀਤੀ ਜਾਏਗੀ ਤੁਹਾਡੇ ਆਫਿਸ ਵੱਲੋਂ? ਬਿਲਕੁਲ ਪ੍ਰੀਤ ਜੀ, ਸਾਡੇ ਜਿਹੜੇ 2 ਆਫਿਸਿਸ ਕੈਨੇਡਾ ਵਿੱਚ ਨੇ, 12 ਆਫਿਸਿਸ ਇੰਡੀਆ ਨੇ,
ਵਿੱਚ ਹੈਗੇ ਨੇ ਔਰ ਜੀ 2 ਆਫਿਸਿਸ ਜਿਹੜੇ ਨੇ ਕੈਨੇਡਾ, ਇੱਕ ਸੈਸਕਾਟੂਨ ਔਰ ਇੱਕ ਬਰੈਂਪਟਨ ਦੇ ਵਿੱਚ ਹੈਗਾ। ਔਰ ਅਸੀਂ ਸਟੂਡੈਂਟਸ ਦੀ ਅੱਜਕੱਲ ਖਾਸ ਤੌਰ ਤੇ ਰੀਸੈਂਟਲੀ ਕੈਨੇਡਾ ਜਿਹੜੀ ਹੈਗਾ, ਕੈਨੇਡਾ ਅੰਬੈਸੀ, ਕੈਨੇਡਾ ਗਵਰਨਮੈਂਟ ਬਹੁਤ ਜ਼ਿਆਦਾ ਜਿਹੜੀ ਅਲੱਗ-ਅਲੱਗ ਤਰ੍ਹਾਂ ਦੀ ਪਾਲਿਸੀਜ਼ ਕੱਢਦੀਆਂ ਪਈਆਂ ਨੇ। ਸਟੂਡੈਂਟਸ ਜਿਹੜੇ ਨੇ ਜਿਨ੍ਹਾਂ ਨੇ ਰੀਸੈਂਟਲੀ ਐਪਲੀਕੇਸ਼ਨਜ਼ ਉਹਨਾਂ ਨੇ ਖੋਲ੍ਹੀਆਂ ਸੀਗੀਆਂ, ਜਿਹੜੇ ਰੀਸੈਂਟ ਗ੍ਰੈਜੂਏਟਸ ਨੇ ਜਿਨ੍ਹਾਂ ਨੇ 1-1 ਸਾਲ ਦੇ 2 ਕੋਰਸ ਜਾਂ 2 ਸਾਲ ਦਾ ਕੋਰਸ ਕੀਤਾ ਸੀ ਔਰ ਪੜ੍ਹਾਈ ਪੂਰੀ ਹੋ ਗਈ ਔਰ ਕਰੰਟਲੀ ਐਮਪਲੋਇਡ ਨੇ, ਤੇ 40,000 ਉਹਨਾਂ ਵਾਸਤੇ ਐਪਲੀਕੇਸ਼ਨ ਸੀਟਸ ਖੋਲ੍ਹੀਆਂ ਸੀਗੀਆਂ PR ਅਪਲਾਈ ਕਰਨ ਵਾਸਤੇ। ਬਹੁਤ ਹੀ ਸੌਖਾ ਸੀਗਾ। ਔਰ ਅਦਰਵਾਈਜ਼ ਵੀ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਬੜੇ ਜਿਹੜੇ ਥੋੜੇ ਪੁਆਇੰਟਸ ਦੇ ਨਾਲ ਇਸ ਵਕਤ ਜਿਹੜੀ ਸਟੂਡੈਂਟਸ ਦੀ PR ਹੁੰਦੀ ਪਈ ਹੈਗੀ ਹੈ। ਜਿਹੜੇ ਸਟੂਡੈਂਟਸ ਤੋਂ ਬਾਅਦ ਜਿਹੜੇ ਰੀਸੈਂਟ ਜਿਹੜੇ ਗ੍ਰੈਜੂਏਟਸ ਨੇ ਔਰ 1 ਸਾਲ ਦਾ ਉਹਨਾਂ ਦਾ ਵਰਕ ਹੋ ਚੁੱਕਿਆ ਹੈਗਾ, ਉਹ ਇਹ B ਕੈਟਾਗਰੀ ਦੇ ਵਿੱਚ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਅਪਲਾਈ ਕਰ ਸਕਦੇ ਨੇ ਔਰ ਉਹਨਾਂ ਦੀ ਵੀ PR ਬੜੀ ਸੌਖੀ ਆ ਔਰ ਸਾਡੇ ਆਫਿਸਿਸ ਪੂਰੀ ਤਰ੍ਹਾਂ ਹੈਲਪ ਕਰਦੇ ਨੇ। ਲੇਕਿਨ ਇੱਕ ਗੱਲ ਦਾ ਜਿਹੜਾ ਸਟੂਡੈਂਟਸ ਦੁਆਰਾ ਖਿਆਲ ਰੱਖਣ ਕਿ ਛੋਟੇ-ਛੋਟੇ ਕੁਐਸਚਨਸ ਪੁੱਛਣ ਤੋਂ ਬਾਅਦ ਈਵਨ ਇਹ ਪੁੱਛਣਾ ਚਾਹੁੰਦੇ ਨੇ ਕਿ ਕਿੱਦਾਂ ਅਪਲਾਈ ਕਰਨਾ ਹੈ, ਜਿਹੜੀ ਫਾਈਲ ਲਗਾਉਣੀ ਹੈ ਜਾਂ ਕਿੱਦਾਂ ਅਪਲਾਈ ਕਰਨਾ ਹੈ, ਉਹ ਬੜੀ ਡਿਟੇਲਡ ਇਨਫੋਰਮੇਸ਼ਨ ਹੈਗੀ ਹੈ। ਇਸ ਤਰ੍ਹਾਂ ਦੇ ਕੁਐਸਚਨ ਦਾ ਜਵਾਬ ਅਸੀਂ ਨਹੀਂ ਦੇ ਪਾਉਂਦੇ, ਲੇਕਿਨ ਅਸੀਂ ਪੂਰੀ ਤਰ੍ਹਾਂ ਧਿਆਨ ਦੇ ਕੇ ਚੰਗੀ ਤਰ੍ਹਾਂ 100% ਓਨੈਸਟੀ, ਟਰਾਂਸਪੇਰੈਂਸੀ ਔਰ ਇੱਕ ਖਿਆਲ ਰੱਖਣਾ ਹੈ ਕਿ ਜਿਨ੍ਹਾਂ ਦਾ ਕੋਈ ਵੀ ਐਲੀਜੀਬਲ ਪ੍ਰੋਗਰਾਮ ਦੇ ਵਿੱਚ ਐਲੀਜੀਬਿਲਿਟੀ ਬਣਦੀ ਹੈ ਤਦ ਹੀ ਅਸੀਂ ਕੇਸ ਲੈਂਦੇ ਹਾਂ, ਅਦਰਵਾਈਜ਼ ਨਹੀਂ। ਔਰ ਅਦਰਵਾਈਜ਼ ਬੜੇ ਸਾਰੇ ਕੰਸਲਟੈਂਟ ਗੁੰਮਰਾਹ ਕਰਕੇ, ਮਿਸਗਾਈਡ ਕਰਕੇ ਕਈ ਤਰ੍ਹਾਂ ਦਾ ਜਿਹੜਾ ਹੈ ਮਿਸਯੂਜ਼ ਕਰਦੇ ਹੈ। ਤਾਂ ਉਹਨਾਂ ਚੀਜ਼ਾਂ ਤੋਂ ਜਿਹੜਾ ਬਚ ਕੇ ਪਾਇਨੀਅਰ ਜਿਹੜੀ ਹੈ 2003 ਤੋਂ ਬੜੀ ਓਨੈਸਟੀ ਦੇ ਨਾਲ ਕੇਅਰਿੰਗ ਸਰਵਿਸਿਜ਼ ਔਰ ICCRC ਮੈਂਬਰ, ਕੈਨੇਡਾ ਅੰਬੈਸੀ ਦੀ ਵੈਬਸਾਈਟ ਦੇ ਨਾਮ, authorized representative by Canada government and Canada embassy, welcome ਜੀ। ਬਿਲਕੁਲ ਜੀ, ਬਿਲਕੁਲ। ਸੋ ਜੀ ਇਹ ਮੈਂ ਸਵਾਲ ਇਸੇ ਕਰਕੇ ਪੁੱਛਿਆ ਸੀਗਾ ਕਿ ਬਹੁਤ ਸਾਰੇ ਪੇਰੈਂਟਸ ਇੱਥੇ ਹੋਣਗੇ ਜਿਨ੍ਹਾਂ ਦੇ ਬੱਚਿਆਂ ਨੇ ਉੱਥੇ ਹੁਣ PR ਲੈਣੀ ਹੈਗੀ ਆ ਜਾਂ ਉੱਥੇ ਉਹਨਾਂ ਨੂੰ ਦਿੱਕਤ ਆ ਰਹੀ ਹੈ। ਕੋਈ ਆਪਾਂ ਕਹਿ ਸਕਦੇ ਹਾਂ ਕਿ ਇੱਦਾਂ ਦੀ ਕੰਪਨੀ ਹੋਣੀ ਚਾਹੀਦੀ ਹੈ ਜਿਸ 'ਤੇ ਸਾਨੂੰ ਫੇਥ ਹੋਵੇ PR ਲੈਣ ਦੇ ਲਈ ਵੀ। ਸੋ ਪਾਇਨੀਅਰ ਇਮੀਗ੍ਰੇਸ਼ਨ, ਸੋ ਜੀ 2 ਆਫਿਸਿਸ ਨੇ ਕੈਨੇਡਾ ਦੇ ਵਿੱਚ, ਨੀਚੇ ਐਡਰੈਸ ਜਿਹੜਾ ਉਹ ਵੀ ਫਲੈਸ਼ ਹੋ ਰਿਹਾ। ਜੇਕਰ ਤੁਹਾਡਾ ਕੋਈ ਆਪਣਾ ਹੈਗਾ ਆ ਕੈਨੇਡਾ ਦੇ ਵਿੱਚ ਜਿਨ੍ਹਾਂ ਨੂੰ PR ਦੀ ਜ਼ਰੂਰਤ ਹੈਗੀ ਹੈ, ਤੁਸੀਂ ਤਾਂ ਵੀ ਕੰਟੈਕਟ ਜਿਹੜਾ ਉਹ ਕਰ ਸਕਦੇ ਹੈਗੇ ਹੋ। ਅੱਛਾ ਸਰ, ਹੁਣ ਮੈਂ ਨਾ ਗੱਲ ਕਰਨੀ ਚਾਹਾਂਗੀ ਬਜਟ ਦੀ, ਬਿਕਾਜ਼ ਨਾ ਜਦੋਂ ਬੱਚੇ ਜਾਂਦੇ ਨੇ ਕੰਪਨੀਜ਼ ਦੇ ਕੋਲੋਂ, ਕਿਸੇ ਵੱਲੋਂ 10 ਲੱਖ ਬਜਟ ਦੱਸਿਆ ਜਾਂਦਾ, ਕਿਸੇ ਵੱਲੋਂ 12, ਕਿਸੇ ਵੱਲੋਂ 15, ਕਿਸੇ ਵੱਲੋਂ 20 ਲੱਖ ਵੀ ਕਹਿ ਦਿੱਤਾ ਜਾਂਦਾ ਹੈ, ਤੇ ਕਈ 20 ਤੋਂ ਵੀ ਉੱਪਰ ਚਲੇ ਜਾਂਦੇ ਨੇ ਕਈ ਕੰਪਨੀਜ਼। ਸੋ ਤੁਸੀਂ ਮੈਨੂੰ ਦੱਸੋ ਅਪਰੋਕਸ ਕਿੰਨਾ ਕੁ ਬਜਟ ਜਿਹੜਾ ਬੱਚਿਆਂ ਨੂੰ ਚਾਹੀਦਾ ਹੈਗਾ ਕੈਨੇਡਾ ਜਾਣ ਦੇ ਲਈ? ਦੇਖੋ ਪ੍ਰੀਤ ਜੀ, ਕਾਪੀ ਪੈਨ ਲੈ ਕੇ ਲਿਖਣ ਵਾਲੀ ਗੱਲ ਹੈਗੀ ਹੈ। ਬੜਾ ਧਿਆਨ ਦੇਣ ਵਾਲੀ ਗੱਲ ਇਹ ਹੈਗੀ ਹੈ ਕਿ ਸਿੱਧੀ ਜੀ GIC ਜਿਹੜੀ ਹੈ 10,000 ਕੈਨੇਡੀਅਨ ਡਾਲਰ GIC ਪੇ ਕਰਨੀ ਹੈ ਸਟੂਡੈਂਟਸ ਨੇ, ਜਿਹੜੀ ਕਿ ਉੱਥੇ ਜਾ ਕੇ ਹੌਲੀ ਹੌਲੀ ਸਟੂਡੈਂਟਸ ਨੂੰ ਸਾਲ ਦੇ ਅੰਦਰ ਵਾਪਸ ਹੋ ਜਾਣੀ। ਤੇ ਉਹ ਜਿਹੜਾ 10,000 ਡਾਲਰ ਦਾ ਮਤਲਬ ਤਕਰੀਬਨ ਕੋਈ 60-62 ਦੇ ਕਰੀਬ ਇਸ ਵਕਤ ਰੇਟ ਚੱਲਦਾ ਪਿਆ ਕੈਨੇਡੀਅਨ ਡਾਲਰ ਦਾ ਇੰਡੀਅਨ ਰੁਪੀਜ਼ ਕਨਵਰਟ ਕਰਕੇ। ਸੋ ਇਹ ਤਕਰੀਬਨ ਕੋਈ 6-6.5 ਲੱਖ ਰੁਪਏ ਇਹ ਹੋ ਗਏ। ਔਰ ਦੂਸਰਾ 1 ਸਾਲ ਦੀ ਫੀਸ ਜਿਹੜੀ ਹੈਗੀ ਹੈ SDS ਕੈਟਾਗਰੀ ਦੇ ਵਿੱਚ ਵੀ ਔਰ ਨਾਨ SDS ਦੇ ਵਿੱਚ 1 ਸਮੈਸਟਰ ਦੀ ਪੇ ਕਰ ਸਕਦੇ ਹਾਂ, ਲੇਕਿਨ ਫਿਰ ਵੀ ਵੀਜ਼ਾ ਚਾਂਸਿਸ ਵਧਾਉਣ ਵਾਸਤੇ ਬੈਟਰ ਹੈਗਾ 1 ਸਾਲ ਦੀ ਫੀਸ ਪੇ ਕਰ ਦਿੱਤੀ ਜਾਵੇ। ਔਰ ਜ਼ਿਆਦਾਤਰ ਕਾਲਜਿਸ, ਯੂਨੀਵਰਸਿਟੀਜ਼ ਦੀ ਫੀਸ ਜਿਹੜੀ ਹੈ 1 ਸਾਲ ਦੀ ਤਕਰੀਬਨ 16,000 ਡਾਲਰ, ਜਿਹੜਾ ਕਿ ਤਕਰੀਬਨ ਕੋਈ 9.5 ਤੋਂ 10 ਲੱਖ ਦੇ ਵਿੱਚ ਬਣਦੀ ਹੈਗੀ ਹੈ। ਇਹ ਹੈਗੀ ਹੈ ਜਨਰਲ ਜਿਹੜੀ ਆਮ। ਸੋ 10 ਤੇ 6 16 ਲੱਖ ਰੁਪਏ ਦੇ ਕਰੀਬ ਇਸ ਤਰੀਕੇ ਨਾਲ ਬਜਟ ਹੋ ਗਿਆ। ਔਰ ਉਸ ਤੋਂ ਬਾਅਦ ਜਾਣ ਤੋਂ ਬਾਅਦ 1 ਸਾਲ ਜਦੋਂ ਪੂਰਾ ਹੋਇਆ, ਉਸ ਤੋਂ ਬਾਅਦ ਫਿਰ ਜਿਹੜਾ 3rd ਸਮੈਸਟਰ ਦੀ ਫੀਸ ਆਪਾਂ ਤਕਰੀਬਨ ਉਹੀ 8,000 ਡਾਲਰ, ਜਿਹੜਾ ਕਿ ਤਕਰੀਬਨ ਕੋਈ 5 ਲੱਖ ਦੇ ਕਰੀਬ ਬਣਦਾ, ਫੇਰ ਦੇਵਾਂਗੇ। ਔਰ ਉਸ ਤੋਂ ਫਿਰ ਅਗੇਨ 1 ਸਮੈਸਟਰ 3rd ਸਮੈਸਟਰ ਪੂਰਾ ਕਰਨ ਤੋਂ ਬਾਅਦ 4th ਸਮੈਸਟਰ ਦੀ ਫੀਸ 8,000 ਡਾਲਰ। ਸੋ ਇਹ ਸਾਰਾ ਜਿਹੜਾ ਹੈ ਬਜਟ ਹੈਗਾ। ਔਰ ਜਾਣ ਵਾਸਤੇ ਜਿਸ ਤਰ੍ਹਾਂ ਆਪਣੀ ਗੱਲ ਹੋਈ GIC 10,000 ਔਰ 1 ਸਾਲ ਦੀ ਫੀਸ ਤਕਰੀਬਨ ਕੋਈ 15-16 ਲੱਖ ਰੁਪਏ, ਲੇਕਿਨ ਇਹ ਹੈਗੇ ਨੇ ਜਿਹੜੇ ਕਿ ਆਮ ਜਿਹੜੀ 1 ਸਾਲ ਦੀ ਫੀਸ ਤਕਰੀਬਨ 16,000 ਡਾਲਰ। ਸੋ ਲੇਕਿਨ ਅਲੱਗ-ਅਲੱਗ ਕਾਲਜਿਸ, ਯੂਨੀਵਰਸਿਟੀਜ਼ ਦੀ ਅਲੱਗ-ਅਲੱਗ ਫੀਸ ਹੈ। KPU ਜਿਸ ਤਰ੍ਹਾਂ ਕੁਆਂਟਲ ਪੋਲੀਟੈਕਨਿਕ ਯੂਨੀਵਰਸਿਟੀ ਪਬਲਿਕ ਬਹੁਤ ਹਾਈ ਲੈਵਲ ਰੈਪੂਟਡ ਜਿਹੜੀ ਹੈਗੀ ਹੈ ਯੂਨੀਵਰਸਿਟੀ ਹੈਗੀ ਹੈ ਸਰੀ ਦੇ ਵਿੱਚ, ਉਸ ਦੀ ਤਕਰੀਬਨ 20,000 ਜਿਹੜੀ ਹੈ ਪਰ ਈਅਰ ਦੀ ਫੀਸ ਪਹੁੰਚ ਜਾਂਦੀ ਹੈਗੀ ਹੈ। ਸੋ ਥੋੜੀ ਜ਼ਿਆਦਾ ਹੈਗੀ ਹੈ। ਔਰ ਜਿਹੜੇ ਕਿ ਅਫੋਰਡ ਨਹੀਂ ਕਰਦੇ, ਘੱਟ ਖਰਚਾ ਕਰਨਾ ਚਾਹੁੰਦੇ ਨੇ, ਬੜੇ ਅੱਛੇ ਪਬਲਿਕ ਇੰਸਟੀਟਿਊਸ਼ਨ ਜਿਹੜੇ ਗਵਰਨਮੈਂਟ ਦੇ ਕਾਲਜਿਸ, ਯੂਨੀਵਰਸਿਟੀਜ਼ ਬੜੇ ਅੱਛੀ ਹੈਗੇ ਨੇ, ਉਹਨਾਂ ਦੇ ਵਿੱਚ ਕਈ ਥਾਂ ਤੇ ਘੱਟ ਫੀਸਾਂ ਨੇ
ਆਪਾਂ ਫਾਇਦਾ ਚੱਕ ਸਕਦੇ ਹੈਗੇ ਆ। ਜਿਸ ਤਰ੍ਹਾਂ ਕਿ KPU ਕੁਆਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ ਸਰੀ ਦੇ ਵਿੱਚ ਹੈਗੀ ਹੈ, ਕੇ ਬ੍ਰਿਟਨ ਯੂਨੀਵਰਸਿਟੀ ਨੋਵਾ ਸਕੋਸ਼ੀਆ ਦੇ ਵਿੱਚ ਹੈਗੀ ਹੈ, CNC ਜਿਹੜਾ ਹੈ ਕਾਲਜ ਆਫ ਨਿਊ ਕੈਲੇਡੋਨੀਆ ਜਿਹੜਾ ਹੈ ਪ੍ਰਿੰਸ ਜਾਰਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਗਾ, ਔਰ NBCC ਨਿਊ ਬਰੰਜਵਿਕ ਕਮਿਊਨਿਟੀ ਕਾਲਜ ਹੈਗਾ। ਇਹ ਜਿਹੜੇ ਇਹਨਾਂ ਦੀ ਫੀਸਾਂ ਤਕਰੀਬਨ ਕੋਈ 2 ਸਾਲ ਦੀ ਜਿਹੜੇ KPU ਲੈਂਪਟਨ ਕਾਲਜ ਟੋਰਾਂਟੋ ਮਿਸੀਸਾਗਾ ਸਾਰਨੀਆ ਦੇ ਵਿੱਚ ਹੈਗਾ। ਸੋ ਲੈਂਪਟਨ, KPU ਔਰ ਕੇ ਬ੍ਰਿਟਨ ਯੂਨੀਵਰਸਿਟੀ, ਇਹ ਤਿੰਨਾਂ ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੀ ਫੀਸ ਜਿਸ ਤਰ੍ਹਾਂ ਮੈਂ ਦੱਸੀ ਸੀ 32,000 ਬਾਕੀ ਕਾਲਜਿਸ ਦੀ ਹੁੰਦੀ ਹੈ, ਇਹਨਾਂ ਦੀ $25,000 ਹੈਗੀ ਹੈ, ਜਿਹੜੀ ਕਿ ਜ਼ਿਆਦਾਤਰ ਜਿਹੜਾ ਕੇ ਬ੍ਰਿਟਨ ਯੂਨੀਵਰਸਿਟੀ ਹੈਗੀ ਹੈ, KPU ਔਰ ਲੈਂਪਟਨ, ਇਹਨਾਂ ਦਾ ਜਿਹੜਾ 4th ਸਮੈਸਟਰ ਜਿਹੜਾ ਹੈਗਾ ਲੈਂਪਟਨ ਔਰ ਕੇ ਬ੍ਰਿਟਨ ਦਾ 4th ਸਮੈਸਟਰ ਜਿਹੜਾ ਹੈਗਾ ਇਹ ਸਕੋਪ ਹੈਗਾ, ਜਿਸ ਦੇ ਵਿੱਚ ਇਨ ਕਲਾਸ ਸਟੱਡੀ ਨਹੀਂ ਹੈਗੀ ਬਲਕਿ ਪੇਡ ਇੰਟਰਨਸ਼ਿਪ ਹੈਗੀ, ਜਿਹੜੀ ਕਿ ਜ਼ਿਆਦਾਤਰ ਪੇਡ ਜੀ। ਔਰ ਜਿਸ ਤਰ੍ਹਾਂ NBCC ਹੈਗਾ, CNC ਹੈਗਾ, ਇਹਨਾਂ ਦੇ ਕੋਰਸਿਸ ਦੀ ਫੀਸ ਵੀ ਇਸੇ ਤਰੀਕੇ ਨਾਲ $32,000 ਨਹੀਂ, ਤਕਰੀਬਨ ਕੋਈ 24-25,000। NBCC ਦੇ ਬੜੇ ਸਾਰੇ ਪ੍ਰੋਗਰਾਮ ਨੇ ਜਿਨ੍ਹਾਂ ਦੀ ਫੀਸ 2 ਸਾਲ ਦੀ $19-20,000। ਸੋ ਇਸ ਤਰੀਕੇ ਨਾਲ ਕਾਫੀ ਜ਼ਿਆਦਾ, ਅੱਧੀ ਦੇ ਕਰੀਬ, ਪੌਣੀ ਦੇ ਕਰੀਬ ਫੀਸ ਹੋ ਜਾਂਦੀ ਹੈ, ਕਾਫੀ ਬਚਤ ਹੁੰਦੀ ਹੈ। ਔਰ ਜਿਹੜੇ ਕੋਈ ਘੱਟ ਫੀਸ ਜਾਣਨਾ ਚਾਹੁੰਦੇ ਨੇ, ਸਾਡੇ ਆਫਿਸ ਦੇ ਵਿੱਚ ਕਾਉਂਸਲਰਸ, ਮੈਨੇਜਰਸ ਨਾਲ ਸਾਰੇ ਕਾਲਜਿਸ ਦੀ ਫੀਸ ਬਾਰੇ ਡਿਟੇਲਡ ਡਿਸਕਸ਼ਨ ਕਰ ਲੈਣ ਵੀ ਕਿਸ ਦੇ ਵਿੱਚ ਕਿੰਨੀ, ਕਿਹੜੇ ਪ੍ਰੋਗਰਾਮ ਦੀ ਕਿੰਨੀ ਫੀਸ ਹੈ, ਕਿਉਂਕਿ ਰੈਲੇਵੈਂਟ ਪ੍ਰੋਗਰਾਮ ਵੀ ਦੇਖਣਾ ਹੈ। ਇੱਥੇ ਤੁਸੀਂ ਜਾਣਾ ਚਾਹੁੰਦੇ ਹੋ, ਰੈਲੇਵੈਂਟ ਪ੍ਰੋਗਰਾਮ ਹੋਵੇ, ਤੁਹਾਡੀ ਪ੍ਰੀਵੀਅਸ ਐਜੂਕੇਸ਼ਨ, ਪਹਿਲਾਂ ਪੜ੍ਹਾਈ ਕੀ ਕੀਤੀ ਹੈ, ਸਬਜੈਕਟਸ ਕਿਹੜੇ ਪੜ੍ਹੇ ਨੇ, ਉਸ ਦੇ ਮੁਤਾਬਕ ਤੁਹਾਡਾ ਵੀਜ਼ਾ ਦੇ ਚਾਂਸਸ ਹੋਣ, ਤੁਹਾਡੇ ਕੈਰੀਅਰ ਪ੍ਰੋਸਪੈਕਟਸ ਬੈਟਰ ਹੋਣ, ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਇੱਕ ਸੁਟੇਬਲ ਵਧੀਆ ਰੈਲੇਵੈਂਟ ਪ੍ਰੋਗਰਾਮ ਔਰ ਉਹਨਾਂ ਦੀ ਫੀਸ ਵੀ ਤੁਸੀਂ ਜਾਣ ਲਓ, ਤਾਂ ਕਿ ਪ੍ਰੋਪਰ ਤੁਹਾਡੀ ਜਾਣਕਾਰੀ ਲੈ ਕੇ ਇੱਕ ਇਨਫੋਰਮਡ ਡਿਸੀਜਨ ਕਰਕੇ ਤੁਸੀਂ ਅਪਲਾਈ ਕਰੋ ਜੀ। ਅੱਛਾ ਸਰ, ਰਿਫਿਊਜ਼ਲ ਤੋਂ ਮੇਰਾ ਸਵਾਲ ਹੈ, ਜਿਹੜੇ ਬੱਚੇ ਰਿਫਿਊਜ਼ ਹੋ ਜਾਂਦੇ ਨੇ ਹਨਾ, ਇੱਕ ਅੱਧੀ ਵਾਰੀ ਹੋ ਗਏ, ਤੁਸੀਂ ਬਹੁਤ ਵਾਰੀ ਦੱਸਿਆ ਕਿ ਉਹਨਾਂ ਦੁਬਾਰਾ ਅਪਲਾਈ ਕਰ ਸਕਦੇ ਨੇ, ਸੋ ਪਰ ਕਈ ਇੱਕ ਤੋਂ ਜ਼ਿਆਦਾ ਵਾਰ ਰਿਫਿਊਜ਼ ਹੋ ਜਾਂਦੇ ਨੇ ਹਨਾ, ਤੇ ਉਹਨਾਂ ਦੇ ਚਾਂਸਸ ਹੁੰਦੇ ਨੇ ਦੁਬਾਰਾ ਤੋਂ ਅਪਲਾਈ ਕਰਨ ਦੇ? ਜੀ ਕੋਈ ਇਸ ਦੀ ਲਿਮਿਟ ਨਹੀਂ ਹੈਗੀ, 3, 4, 5, 7 ਵਾਰੀ ਜਿੰਨੀ ਮਰਜ਼ੀ ਵਾਰ ਅਪਲਾਈ ਕਰ ਸਕਦੇ ਆ। ਔਰ ਮੈਨੂੰ ਇੱਕ ਵਾਰੀ ਯਾਦ ਹੈ ਕਿ ਇੱਕ ਮੋਗਾ ਦਾ ਕੇਸ ਸੀ, ਉਸ ਦਾ 7 ਵਾਰੀ ਅਪਲਾਈ ਕਰਨ ਤੋਂ ਬਾਅਦ 7 ਵਾਰ ਰਿਫਿਊਜ਼ਡ ਕੇਸ ਸੀਗਾ, ਔਰ 7ਵੀਂ ਵਾਰ ਰਿਫਿਊਜ਼ਲ ਤੋਂ ਬਾਅਦ ਅਪਲਾਈ ਕੀਤਾ ਸੀਗਾ ਤੇ ਫਿਰ ਉਸ ਦਾ ਵੀਜ਼ਾ ਆਇਆ ਸੀਗਾ। ਔਰ 2, 3, 4 ਵਾਰ ਜਿਹੜੇ ਰਿਫਿਊਜ਼ਡ ਕੇਸਿਸ ਦੇ ਬਾਅਦ ਵੀਜ਼ਾ ਆਣਾ ਇੱਕ ਆਮ ਗੱਲ ਹੈਗੀ ਹੈ। ਬਾਕੀ ਕੰਟਰੀਜ਼ ਦੇ ਵਿੱਚ ਦਿੱਕਤ ਹੁੰਦੀ ਹੈ, ਲੇਕਿਨ ਕੈਨੇਡਾ ਦੇ ਵਿੱਚ ਦਰਵਾਜ਼ੇ ਖੁੱਲੇ ਨੇ। ਬੜੀ ਅੱਛੀ ਗੱਲ ਹੈ, ਵੀ ਆਰ ਲੱਕੀ ਕਿ ਕਈ ਚੀਜ਼ਾਂ ਦਾ ਧਿਆਨ ਦੇਣਾ ਹੁੰਦਾ, ਜਿਸ ਤਰ੍ਹਾਂ ਕਿ ਗ੍ਰੈਜੂਏਟਸ, ਮੈਂ ਦੇਖਦਾ ਕਿ ਬਹੁਤ ਵਾਰੀ ਜਿਹੜੇ ਨੇ ਬਹੁਤ ਸਾਰੇ ਕੰਸਲਟੈਂਟ ਗ੍ਰੈਜੂਏਟਸ ਨੂੰ ਪੋਸਟ ਸੈਕੰਡਰੀ ਦਾ ਮਤਲਬ 12ਵੀਂ ਵਾਲੇ ਪ੍ਰੋਗਰਾਮ ਦੇ ਦਿੰਦੇ ਨੇ, ਸੁਟੇਬਲ ਨਹੀਂ ਹੈਗੇ ਤੇ ਰਿਫਿਊਜ਼ਲ ਦੇ ਚਾਂਸ ਹੋਣਗੇ। ਗ੍ਰੈਜੂਏਟਸ ਨੂੰ ਪੋਸਟ ਗ੍ਰੈਜੂਏਟ ਪ੍ਰੋਗਰਾਮ ਹੀ ਦੇਣੇ ਚਾਹੀਦੇ ਨੇ। ਤੁਹਾਡੇ ਜਿਹੜੇ ਤੁਸੀਂ ਪੜ੍ਹਾਈ ਕੀਤੀ ਹੈ ਉਸ ਦੇ ਵਿੱਚ ਮਾਰਕਸ ਕਿਹੜੇ ਸਬਜੈਕਟ ਵਿੱਚ ਚੰਗੇ ਨੇ, ਕਿਹਦੇ ਵਿੱਚ ਚੰਗੇ ਨਹੀਂ ਹੈਗੇ, ਔਰ ਕੀ ਸਬਜੈਕਟ ਪੜ੍ਹੇ ਨੇ, ਉਸ ਦੇ ਨਾਲ ਰੈਲੇਵੈਂਟ ਪ੍ਰੋਗਰਾਮ। ਸੋ ਇਹ ਬੜੀਆਂ ਸਾਰੀਆਂ ਚੀਜ਼ਾਂ ਦਾ ਧਿਆਨ ਦੇ ਕੇ ਆਪਾਂ ਇੱਕ ਪ੍ਰੋਪਰ ਕੋਰਸ ਲੈਣਾ ਹੁੰਦਾ ਜਿਸ ਦੇ ਵਿੱਚ ਆਪਣੇ ਵੀਜ਼ਾ ਦੇ ਚਾਂਸ ਹੋਣ ਔਰ ਐਲੀਜੀਬਿਲਿਟੀ ਬਣਨੀ ਚਾਹੀਦੀ ਹੈ। ਔਰ ਹੋਰ ਵੀ ਕੁਝ ਚੀਜ਼ਾਂ ਕਿ ਜਿਸ ਤਰ੍ਹਾਂ ESL ਨਹੀਂ ਲੱਗਣਾ, ਇੰਡੀਆ ਤੋਂ ESL ਦੇ ਵਾਸਤੇ ਵੀਜ਼ਾ ਨਹੀਂ ਲੱਗਦਾ। ESL ਦਾ ਮਤਲਬ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਮੰਨ ਲਓ 6.5 ਨਾਟ ਲੈਸ ਦੈਨ 6 ਹੈਗੀ ਹੈ, ਔਰ ਸਟੂਡੈਂਟ ਦੀ ਜਿਹੜੇ ਓਵਰਆਲ 6 ਬੈਂਡ ਨੇ, ਔਰ ਯੂਨੀਵਰਸਿਟੀ ਆਫਰ ਲੈਟਰ ਦੇ ਦਿੰਦੀ ਹੈਗੀ ਹੈ ਕਿ ਪਹਿਲਾਂ ਇੰਗਲਿਸ਼ ਦਾ ਕੋਰਸ ਕਰ ਲੈਣਾ ਔਰ ਉਸ ਤੋਂ ਬਾਅਦ ਮੇਨ ਕੋਰਸ ਕਰ ਲੈਣਾ। ਲੇਕਿਨ ਇੰਡੀਆ ਵਾਸਤੇ ਇਹ ਚੀਜ਼ ਨਹੀਂ ਐਪਲੀਕੇਬਲ ਔਰ ਵੀਜ਼ਾ ਨਹੀਂ ਲੱਗੇਗਾ। ਆਪਾਂ ਉੱਥੇ ਅਪਲਾਈ ਕਰਨਾ ਜਿੱਥੇ ਦੀ ਰਿਕੁਆਇਰਮੈਂਟ ਤੁਹਾਡੀ ਆਈਲੈਟਸ ਦੇ ਮੁਤਾਬਕ ਹੋਵੇ, ਮਤਲਬ ਕਿ ਆਪਾਂ ਇੰਗਲਿਸ਼ ਦੀ ਰਿਕੁਆਇਰਮੈਂਟ ਨੂੰ ਮੀਟ ਕਰਦੇ ਹੋਈਏ, ਔਰ ਜਿਹੜੀ ਆਫਰ ਲੈਟਰ ਹੈਗੀ ਹੈ ਉਹ ਕੰਡੀਸ਼ਨਲ ਨਹੀਂ ਹੋਣੀ ਚਾਹੀਦੀ, ਅਨਕੰਡੀਸ਼ਨਲ ਹੋਣੀ ਚਾਹੀਦੀ ਹੈ। ਸੋ ਇਹ ਸਾਡੇ ਦੇਖਦੇ ਹੋਏ ਅਗਰ ਆਪਾਂ ਜਿਹੜਾ ਹੈ ਪ੍ਰੋਪਰਲੀ ਅਪਲਾਈ ਕਰਾਂਗੇ ਤੇ ਰਿਫਿਊਜ਼ਡ ਕੇਸਿਸ ਦੇ ਵੀ ਵੀਜ਼ੇ ਆਉਂਦੇ ਨੇ, ਕੋਈ ਚਿੰਤਾ ਦੀ ਜ਼ਰੂਰਤ ਨਹੀਂ। ਵੈਲਕਮ। ਬਿਲਕੁਲ ਥੈਂਕ ਯੂ ਸੋ ਮਚ ਸਰ, ਟਾਈਮ ਬਿਲਕੁਲ ਖਤਮ ਹੋ ਗਿਆ। ਥੈਂਕ ਯੂ ਸੋ ਮਚ, ਤੁਸੀਂ ਟਾਈਮ ਕੱਢਿਆ ਸਾਡੇ ਸਟੂਡੈਂਟਸ ਦੇ ਨਾਲ ਇਹ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ। ਸੋ ਸਟੂਡੈਂਟ ਨੰਬਰ ਜੀ ਆ ਗਏ ਨੇ ਤੁਹਾਡੇ ਕੋਲ, ਪਾਇਨੀਅਰ ਇਮੀਗ੍ਰੇਸ਼ਨ ਦੇ ਕਾਲ ਕਰਨੀ ਹੈਗੀ, ਆਫਿਸ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ। ਆਫਿਸ ਦੇ ਐਡਰੈਸ ਪ੍ਰੋਪਰ ਜਿਹੜੇ ਨੇ ਨੀਚੇ ਫਲੈਸ਼ ਹੋ ਰਹੇ ਨੇ। ਸੋ ਇਸ ਦੇ ਨਾਲ ਮੈਨੂੰ ਪ੍ਰੀਤ ਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ।